गुड मॉर्निंग स्टूडेंट्स। 8th क्लास। आज मैं भुपिंदर सिंह GMS ਚਤਾਮਲਾ ਸਕੂਲ ਬਲਾਕ ਮਰਿੰਡਾ ਡਿਸਟ੍ਰਿਕਟ ਰੂਪਨਗਰ ਤੁਹਾਡੇ ਲਈ ਬੇਟਾ 11th ਵਰਕਸ਼ੀਟ ਲੈ ਕੇ ਆਇਆ। ਡੇ 39 ਦਾ ਫਰਸਟ ਕੁਐਸਚਨ ਹੈਗਾ ਸਾਡਾ, ਵਿਚ ਆਫ ਫੋਲੋਇੰਗ ਇਜ਼ ਨਾਟ ਅ ਕਰਵ। ਹੁਣ ਕਰਵ ਤੋਂ ਪਹਿਲਾਂ ਸਾਨੂੰ ਕਰਵ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ। ਕਰਵ ਕਿਵੇਂ ਬਣਦਾ ਹੈ? ਜਦ ਅਸੀਂ ਕੋਈ ਵੀ ਇੱਕ ਡਰਾ ਕਰ ਰਹੇ ਹਾਂ, ਕੋਈ ਵੀ ਚੀਜ਼ ਅਸੀਂ ਡਰਾ ਕਰ ਰਹੇ ਹਾਂ ਵਿਦਾਊਟ ਲਿਫਟਿੰਗ ਅ ਪੈਨ ਔਰ ਪੈਨਸਿਲ, ਦੈਟ ਇਜ਼ ਕਾਲਡ ਅ ਕਰਵ। ਇਹ ਇੱਕ ਕਰਵ ਹੈ ਬਟ ਇਹ ਇੱਕ ਓਪਨ ਕਰਵ ਹੈਗਾ, ਠੀਕ ਹੈ। ਔਰ ਜੇ ਅਸੀਂ ਇੱਦਾਂ ਕਰਕੇ ਡਰਾ ਕਰ ਰਹੇ ਹਾਂ ਦੈਟ ਇਜ਼ ਕਾਲਡ ਅ ਕਲੋਜ਼ ਕਰਵ। ਇੱਕ ਕਲੋਜ਼ ਕਰਵ ਹੋ ਗਿਆ। ਅਸੀਂ ਪੈਨਸਿਲ ਪਿਕ ਨਹੀਂ ਕਰ ਰਹੇ। ਕੋਈ ਵੀ ਇੱਕ ਸ਼ੇਪ ਜਿਹੜੀ ਬਣ ਰਹੀ ਹੈਗੀ ਹੈ ਇਹ ਵੀ ਇੱਕ ਕਰਵ ਹੈਗੀ ਹੈ। ਦਿਸ ਇਜ਼ ਆਲਸੋ ਕਰਵਡ, ਸਿੰਪਲ ਕਰਵਡ, ਠੀਕ ਹੈ। ਸਿੰਪਲ ਕਰਵ ਐਂਡ ਕਲੋਜ਼ ਕਰਵ ਹੈ। ਹੁਣ ਜੇ ਅਸੀਂ ਪੈਨਸਿਲ ਲਿਫਟ ਨਹੀਂ ਕਰ ਰਹੇ ਔਰ ਕਲੋਜ਼ ਵੀ ਹੋ ਰਹੀ ਹੈ, ਜਿੱਥੇ ਅਸੀਂ ਸਟਾਰਟ ਕੀਤਾ ਸੀ ਵਾਪਸ ਉਸ ਪੁਆਇੰਟ 'ਤੇ ਪਹੁੰਚ ਰਹੇ ਹਾਂ, ਇਟ ਇਜ਼ ਕਾਲਡ ਕਰਵ ਵੀ ਹੈ, ਕਲੋਜ਼ ਵੀ ਹੈ, ਬਟ ਇਟ ਇਜ਼ ਨਾਟ ਅ ਸਿੰਪਲ ਕਰਵ। ਇਹਨੂੰ ਸਿੰਪਲ ਕਰਵ ਨਹੀਂ ਕਹਿੰਦੇ। ਅੰਡਰਸਟੂਡ? ਸੋ ਸਿੰਪਲ ਕਰਵਸ ਕਿਹੜੀਆਂ ਹੁੰਦੀਆਂ? ਜਦ ਉਹ ਆਪਸ 'ਚ ਇੰਟਰਸੈਕਟ ਨਹੀਂ ਕਰਦੀਆਂ, ਕੋਈ ਵੀ ਫਿਗਰ ਆਪਸ 'ਚ ਇੰਟਰਸੈਕਟ ਨਹੀਂ ਕਰੇਗੀ, ਦਿਸ ਇਜ਼ ਕਾਲਡ ਅ ਸਿੰਪਲ ਕਰਵ। ਅੰਡਰਸਟੂਡ? ਇਹ ਸਿੰਪਲ ਕਰਵ ਹੈ, ਸਿੰਪਲ ਕਰਵ ਹੈ, ਸਿੰਪਲ ਕਰਵ ਹੈ। ਇਹ ਓਪਨ ਕਰਵ ਹੈਗੀ ਹੈ। ਜਦ ਉਹ ਆਪਸ ਵਿੱਚ ਇੰਟਰਸੈਕਟ ਕਰ ਜਾਂਦੀ ਹੈਗੀ ਹੈ, ਵੈਨ ਇਟ ਇੰਟਰਸੈਕਟ, ਦੇਖੋ ਇਸ ਪੁਆਇੰਟ 'ਤੇ ਇੰਟਰਸੈਕਟ ਕਰ ਗਈ ਨਾ, ਸੋ ਇਟ ਇਜ਼ ਕਲੋਜ਼ ਕਰਵ ਜ਼ਰੂਰ ਹੈ ਬਟ ਇਟ ਇਜ਼ ਨਾਟ ਅ ਸਿੰਪਲ ਕਰਵ। ਇਹ ਸਿੰਪਲ ਕਰਵ ਨਹੀਂ ਹੁੰਦੀ ਹੈਗੀ, ਠੀਕ ਹੈ। ਹੁਣ ਸਾਡੇ ਉਹਨਾਂ ਨੇ ਸਾਨੂੰ ਜਿਹੜੇ ਕੁਐਸਚਨਸ ਦਿੱਤੇ ਹੋਏ ਹੈ ਉਸ 'ਚ ਸਭ ਤੋਂ ਪਹਿਲਾਂ ਸਾਨੂੰ ਪੁੱਛਿਆ ਵਿਚ ਵਨ ਇਜ਼ ਅ ਨਾਟ ਅ ਕਰਵ। ਫਸਟ ਫਿਗਰ ਦੇਖੋ ਬੇਟਾ, ਆਪਾਂ ਇਹ ਸਟਾਰਟ ਕੀਤੀ ਇੱਦਾਂ ਲਾਈਕ ਦੈਟ ਵਿਦਾਊਟ ਲਿਫਟਿੰਗ ਦਾ ਪੈਨਸਿਲ, ਅਸੀਂ ਜਾਂ ਪੈਨ, ਅਸੀਂ ਬਿਲਕੁਲ ਨਹੀਂ ਪੈਨ ਚੱਕਿਆ ਔਰ ਪੂਰੀ ਫਿਗਰ ਬਣ ਗਈ। ਯੈਸ ਇਟ ਇਜ਼ ਅ ਸਿੰਪਲ ਕਰਵ। ਇਹ ਇੱਕ ਕਰਵ ਹੈਗਾ, ਯੈਸ, ਠੀਕ ਹੈ, ਕਰਵ ਹੈਗਾ। ਫਿਰ ਦਿਸ ਵਨ, ਇਹ ਵੀ ਇੱਕ ਕਰਵ ਹੈ, ਯੈਸ, ਠੀਕ ਹੈ। ਹੁਣ ਇਹ ਪੁੱਛਿਆ ਵਿਚ ਇਜ਼ ਨਾਟ ਅ ਕਰਵ। ਹੁਣ ਇਹਦੇ 'ਚ ਦੇਖੋ ਇੱਕ ਸਰਕਲ ਜੇ ਆਪਾਂ ਡਰਾ ਕਰਨਾ ਹੋਵੇ ਫਿਰ ਤਾਂ ਉਹ ਕਰਵ ਹੈ, ਲੇਕਿਨ ਦੂਜਾ ਸਰਕਲ ਦੇ ਲਈ ਸਾਨੂੰ ਪੈਨਸਿਲ ਚੱਕਣੀ ਪਈ ਨਾ, ਪੈਨ ਚੱਕਣਾ ਪਿਆ ਤਾਂ ਹੀ ਇਹ ਡਰਾ ਕਰਾਂਗੇ ਆਪਾਂ। ਸੋ ਦੈਟ ਇਜ਼ ਨਾਟ ਅ ਕਰਵ। ਸੋ ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਕਰਵ, ਉਹਦਾ ਆਂਸਰ ਆਏਗਾ ਦਿਸ ਪਾਰਟ ਇਜ਼ ਨਾਟ ਅ ਕਰਵ, ਠੀਕ ਹੈ ਬੇਟਾ। ਡੇ 40 ਦਾ ਕੁਐਸਚਨ ਹੈਗਾ, ਇਜ਼ ਹਾਰਸ ਸ਼ੂ ਓਪਨ ਕਰਵ ਹੈ? ਐਡਜੋਇਨਿੰਗ ਹਾਰਸ ਸ਼ੂ ਇਜ਼ ਵਿਚ ਟਾਈਪ ਆਫ ਕਰਵ? ਇਹ ਦੇਖੋ, ਇਹਨੂੰ ਜੇ ਆਪਾਂ ਡਰਾ ਕਰਦੇ ਹੈਗੇ ਆ ਬੇਟਾ, ਜੇ ਅਸੀਂ ਇਹਨੂੰ ਡਰਾ ਕਰਦੇ ਹਾਂ ਤਾਂ ਵਿਦਾਊਟ ਲਿਫਟਿੰਗ ਅ ਪੈਨਸਿਲ ਵੀ ਕੈਨ ਮੇਕ ਦੈਟ। ਅੰਡਰਸਟੂਡ? ਤਾਂ ਇਹਦੇ ਇਸ ਟਾਈਪ ਦਾ ਕਰਵ ਜਿਹੜਾ ਹੋਏਗਾ ਉਹ ਕੀ ਹੋਏਗਾ? ਯੈਸ ਇਟ ਇਜ਼ ਅ ਓਪਨ ਕਰਵ। ਬਸ ਉਹਨਾਂ ਨੇ ਟਾਈਪ ਪੁੱਛੀ ਹੈ ਕਿ ਓਪਨ ਕਰਵ ਹੈ ਕਿ ਕਲੋਜ਼ ਕਰਵ ਹੈ। ਯੈਸ ਇਟ ਇਜ਼ ਓਪਨ ਕਰਵ। ਇਹ ਕਲੋਜ਼ ਨਹੀਂ ਹੈ, ਇਹ ਓਪਨ ਕਰਵ ਹੈਗੀ, ਖੁੱਲ੍ਹਾ ਹੈ ਨਾ ਕਰਵ ਹੈ। ਦਿਸ ਇਜ਼ ਅ ਐਗਜ਼ਾਮਪਲ ਆਫ ਓਪਨ ਕਰਵ। ਨਾਓ ਡੇ 41 ਦਾ ਇੱਕ ਸ਼ੇਪ ਪੁੱਛੀ ਹੋਈ ਹੈ ਕਿ ਬਲੈਕ ਬੋਰਡ ਦਿੱਤਾ ਹੋਇਆ ਹੈ, ਇਸ ਦੀ ਸ਼ੇਪ ਕੀ ਹੈਗੀ ਹੈ। ਹੁਣ ਬੇਟਾ ਇਸ ਸ਼ੇਪ ਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ੇਪਸ ਕਿਹੜੀਆਂ ਕਿਹੜੀਆਂ ਹੁੰਦੀਆਂ। ਆਪਾਂ ਕੋਈ ਵੀ ਚਾਰ ਆਕਾਰ ਦੀ ਜਿਹੜੀ ਸ਼ੇਪ ਹੁੰਦੀ ਹੈ ਉਹਨੂੰ ਚਤੁਰਭੁਜ ਕਹਿ ਦਿੰਦੇ ਹਾਂ। ਆਪਾਂ ਨੋਰਮਲੀ ਚਤੁਰਭੁਜ ਕਹਿੰਦੇ ਹਾਂ, ਕੁਆਡਰੀਲੇਟਰਲ ਕਹਿੰਦੇ ਹਾਂ, ਲੇਕਿਨ ਉਹਦੀਆਂ ਵੀ ਅੱਗੋਂ ਟਾਈਪਸ ਹੈਗੀਆਂ। ਜੇਕਰ ਸਾਡੀਆਂ ਚਾਰੋਂ ਸਾਈਡਸ ਇਕੁਅਲ ਹੁੰਦੀਆਂ ਹੈਗੀਆਂ, ਆਲ ਸਾਈਡਸ ਆਰ ਇਕੁਅਲ, ਤਾਂ ਇਹਨੂੰ ਅਸੀਂ ਵਰਗ ਕਹਿੰਦੇ ਹਾਂ ਜਾਂ ਸਕੁਅਰ ਕਹਿੰਦੇ ਹੈਗੇ ਆ, ਠੀਕ ਹੈ। ਸਕੁਅਰ ਜਾਂ ਵਰਗ ਆਖਦੇ ਆਪਾਂ ਇਹਨੂੰ, ਜਦ ਚਾਰੋਂ ਸਾਈਡਸ ਇਕੁਅਲ ਹੁੰਦੀਆਂ। ਜੇਕਰ ਸਾਡੀਆਂ ਆਮਨੇ ਸਾਹਮਣੇ ਵਾਲੀਆਂ ਭੁਜਾਵਾਂ ਜਾਂ ਸਾਈਡਸ ਇਕੁਅਲ ਹੁੰਦੀਆਂ ਹੈਗੀਆਂ, ਦਿਸ ਟਾਈਪ ਆਫ ਸ਼ੇਪ ਇਜ਼ ਕਾਲਡ ਅ ਰੈਕਟੈਂਗਲ। ਇਹਨੂੰ ਰੈਕਟੈਂਗਲ ਜਾਂ ਆਇਤ ਕਹਿੰਦੇ ਆ ਬੇਟਾ, ਠੀਕ ਹੈ। ਆਇਤ ਉਹਨਾਂ ਦਾ ਇੱਕ ਨਾਮ ਬਣ ਜਾਂਦਾ ਹੈਗਾ। ਫਿਰ ਇੱਕ ਜੇਕਰ ਸਾਡੀਆਂ ਆਮਨੇ ਸਾਹਮਣੇ ਭੁਜਾਵਾਂ ਬਰਾਬਰ ਵੀ ਹੈ ਔਰ ਸਮਾਂਤਰ ਨੇ, ਇਹ ਵਾਲੀਆਂ, ਠੀਕ ਹੈ, ਇਹਨੂੰ ਆਪਾਂ ਸਮਾਂਤਰ ਚਤੁਰਭੁਜ ਆਖਦੇ। ਇਹ ਵੀ ਰੈਕਟੈਂਗਲ ਇਜ਼ ਆਲਸੋ ਆਪਾਂ ਕਹਿ ਸਕਦੇ ਹਾਂ ਪੈਲੋਗ੍ਰਾਮ ਹੈਗਾ, ਇਹਨੂੰ ਸਮਾਂਤਰ ਚਤੁਰਭੁਜ ਜਾਂ ਪੈਲੋਗ੍ਰਾਮ ਆਖਦੇ ਹਾਂ। ਵਰਗ ਵੀ ਪੈਲੋਗ੍ਰਾਮ ਹੈ, ਇਹ ਵੀ ਪੈਲੋਗ੍ਰਾਮ ਹੈ, ਇਹ ਵੀ ਇੱਕ ਪੈਲੋਗ੍ਰਾਮ ਹੈ, ਸਮਾਂਤਰ ਚਤੁਰਭੁਜ, ਠੀਕ ਹੈ। ਇਹ ਇਹਨਾਂ 'ਚ ਦੋਵਾਂ 'ਚ ਕੀ ਡਿਫਰੈਂਸ ਹੈ ਕਿ ਇਹਦੀਆਂ ਜਿਹੜੀਆਂ ਸਾਈਡਸ ਹੈ ਆਪਸ 'ਚ ਰਾਈਟ ਐਂਗਲ ਬਣਾਉਂਦੀਆਂ ਨੇ ਇੱਥੇ, ਪਰ ਸਮਾਂਤਰ ਚਤੁਰਭੁਜ ਆਪਸ 'ਚ ਰਾਈਟ ਐਂਗਲ ਨਹੀਂ ਬਣਾਉਂਦੀਆਂ ਸਾਈਡਸ, ਠੀਕ ਹੈ। ਸਕੁਅਰਸ ਦੀਆਂ ਵੀ ਸਾਈਡ ਸਾਰੀਆਂ ਰਾਈਟ ਐਂਗਲਸ ਬਣਾਉਂਦੀਆਂ ਹੈਗੀਆਂ। ਅੰਡਰਸਟੂਡ? ਸਕੁਅਰਸ ਦੇ ਜਿਹੜੇ ਆਪਾਂ ਵਿਕਰਨ ਡਰਾ ਕਰਦੇ ਨਾ ਡਾਇਗਨਲਸ, ਇਹ ਆਪਸ 'ਚ ਇਕੁਅਲ ਹੁੰਦੇ ਹੈਗੇ ਆ। ਰੈਕਟੈਂਗਲ ਦੇ ਡਾਇਗਨਲਸ ਵੀ ਆਪਸ ਵਿੱਚ ਇਕੁਅਲ ਆਉਂਦੇ ਹੈਗੇ ਆ, ਲੇਕਿਨ ਸਮਾਂਤਰ ਚਤੁਰਭੁਜ ਦੇ ਡਾਇਗਨਲਸ ਇਕੁਅਲ ਨਹੀਂ ਹੁੰਦੇ। ਇਹਦੇ ਡਾਇਗਨਲਸ ਇੱਕ ਛੋਟਾ ਇੱਕ ਵੱਡਾ ਹੋਏਗਾ, ਇਹ ਆਪਸ ਬਰਾਬਰ ਨਹੀਂ ਹੁੰਦੇ, ਵਿਕਰਨ ਬਰਾਬਰ ਨਹੀਂ ਹੁੰਦੇ। ਦਿਸ ਇਜ਼ ਕਾਲਡ ਅ ਪੈਲੋਗ੍ਰਾਮ, ਠੀਕ ਹੈ। ਥੋੜ੍ਹੀ ਥੋੜ੍ਹੀ ਡੈਫੀਨੇਸ਼ਨ ਦੇ ਰਿਹਾ ਬੇਟਾ, ਬਾਕੀ ਤੁਹਾਡੇ ਮੈਥ ਵਿੱਚ ਵੀ ਐਕਸਪਲੇਨ ਕੀਤਾ ਹੋਇਆ, ਲੇਕਿਨ ਥੋੜ੍ਹਾ ਬਹੁਤ ਤੁਹਾਨੂੰ ਮੈਂ ਇਸ ਦੇ ਬਾਰੇ ਨੌਲੇਜ ਦੇ ਰਿਹਾ। ਫਿਰ ਆ ਜਾਂਦੀ ਹੈ ਰੋਮਬਸ। ਰੋਮਬਸ ਕੀ ਹੁੰਦੀ ਹੈਗੀ ਸਾਡੀ? ਉਹਦੀਆਂ ਵੀ ਚਾਰੋਂ ਭੁਜਾਵਾਂ ਆਪਸ ਬਰਾਬਰ ਹੁੰਦੀਆਂ, ਲੇਕਿਨ ਉਹ ਆਪਸ 90 ਡਿਗਰੀ ਕੋਣ 'ਤੇ ਨਹੀਂ ਮਿਲਦੀਆਂ। ਉਹਦੇ ਡਾਇਗਨਲਸ ਵੀ ਇਕੁਅਲ ਨਹੀਂ ਹੁੰਦੇ,
डायगनल्स भी इक्वल नहीं होंगे, साइड्स इक्वल होंदियां लेकिन डायगनल्स इक्वल नहीं होंगे। ਉਹਦੀ ਖਾਸੀਅਤ है भी ਉਹਦੇ डायगनल्स एक दूजे ਨੂੰ 90 डिग्री एंगल ਤੇ ਕੱਟਦੇ ਆ। ठीक है, किस ਤੇ ਕੱਟਦੇ ਆ डायगनल्स 90 डिग्री ਤੇ। ठीक है, दैट इज कॉल्ड अ रोम्बस। रोम्बस ਇਹਨੂੰ ਆਪਾਂ ਸਮ ਚਤੁਰਭੁਜ ਆਖਦੇ ਆ। समलम चतुर्भुज या समलम नहीं सम चतुर्भुज, सम चतुर्भुज आखते हैं। ठीक है, एक साडा ट्रपेजियम हुंदा है। ट्रपेजियम दे दो भुजावां बराबर हुंदियां ने और दो भुजावां समांतर हुंदियां, दो भुजावां असमांतर हुंदियां। दो तो पैरलल है, दो नॉन पैरलल है और ये राइट एंगल इदां बनता है। इसका जो डिस्टेंस है दैट इज मेकर राइट एंगल इधर हुंदा है। इनू कहंदे आपां ट्रपेजियम। ट्रपेजियम दिस इज कॉल्ड अ समलम चतुर्भुज। समलम चतुर्भुज क्लीयर बेटा, ਇਹ ਟ੍ਰਪੇਜ਼ੀਅਮ ਨੂੰ ਸਮਲਮ ਚਤੁਰਭੁਜ ਕਹਿੰਦੇ ਆ। ਇਹ ਆ ਗਈਆਂ ਅੱਧੀਆਂ ਫਿਗਰਸ। ਹੁਣ ਸਾਨੂੰ ਪੁੱਛਿਆ ਸੀਗਾ ਕਿ ਬਲੈਕ ਬੋਰਡ ਦਾ ਆਕਾਰ ਕਿਸ ਤਰ੍ਹਾਂ ਦਾ। ਹੁਣ ਤੁਸੀਂ ਦੇਖੋ ਉਹਦੀਆਂ ਸਾਹਮਣੇ ਵਾਲੀਆਂ ਭੁਜਾਵਾਂ ਆਪਸ ਵਿੱਚ ਸਮਾਂਤਰ ਵੀ ਹੈ ਔਰ 90 ਡਿਗਰੀ ਤੇ ਵੀ ਕਰ ਰਹੀਆਂ ਨੇ, ਹੈ ਨਾ। ਤਾਂ ਇਹ ਕੀ ਬਣ ਜਾਏਗਾ ਸਾਡਾ ਆਇਤ, ਯਾਨੀ ਰੈਕਟੈਂਗਲ ਸ਼ੇਪ ਹੈ ਇਹਦੀ। ਰਾਈਟ ਬੇਟਾ। ਹੁਣ ਲਾਸਟ ਕੁਐਸਚਨ ਜਿਹੜਾ ਪੁੱਛਿਆ ਹੋਇਆ ਉਹਨਾਂ ਨੇ, ਲਾਸਟ ਕੁਐਸਚਨ 'ਚ ਕੀ ਕਿਹਾ ਉਹਨਾਂ ਨੇ ਕਿ ਇੱਕ ਆਈਸੋਲੈਸ ਟਰਾਇੰਗਲ ਹੈ। ਹੁਣ ਟਰਾਇੰਗਲ ਦੇ ਵਿੱਚ ਆਈਸੋਲੈਸ ਦਾ ਤੁਹਾਨੂੰ ਕਿਵੇਂ ਪਤਾ ਲੱਗੇਗਾ ਬੇਟਾ? ਤਿੰਨ ਟਾਈਪ ਦੇ ਟਰਾਇੰਗਲਸ ਹੁੰਦੇ ਆ ਸ਼ੇਪ ਦੇ ਵਾਈਜ਼, ਉਹਦੇ ਸਾਈਜ਼ ਦੇ ਅਕੋਰਡਿੰਗਲੀ। ਜੇ ਆਪਾਂ ਭੁਜਾਵਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਹੁੰਦਾ ਹੈ ਜਿਹਦੀਆਂ ਤਿੰਨੋਂ ਭੁਜਾਵਾਂ ਇਕੁਅਲ ਹੁੰਦੀਆਂ ਨੇ। ਠੀਕ ਹੈ, ਤਿੰਨੋਂ ਭੁਜਾਵਾਂ ਇਕੁਅਲ ਹੁੰਦੀਆਂ, ਇਹਨੂੰ ਇਕੁਈਲੇਟਰਲ ਟਰਾਇੰਗਲ ਕਹਿੰਦੇ ਆ। ਇਕੁਈਲੇਟਰਲ ਟਰਾਇੰਗਲ, ਸਮਭੁਜੀ ਤ੍ਰਿਭੁਜ। ਠੀਕ ਹੈ, ਸਮਭੁਜੀ ਤ੍ਰਿਭੁਜ, ਆਲ ਸਾਈਡਸ ਆਰ ਇਕੁਅਲ। ਇੱਕ ਹੁੰਦੀ ਹੈ ਜਿਹਦੀਆਂ ਦੋ ਭੁਜਾਵਾਂ ਬਰਾਬਰ ਹੈ। ठीक है, ਇਹਦੀਆਂ ਸਿਰਫ ਦੋ ਭੁਜਾਵਾਂ ਬਰਾਬਰ ਹੈਗੀਆਂ ਨੇ। ਰਾਈਟ, ਤੁਸੀਂ ਦੇਖ ਇੱਕ ਮਿੰਟ ਬੇਟਾ, ਨਜ਼ਰ ਵੀ ਆਉਣਾ ਚਾਹੀਦਾ। ਦੋ ਭੁਜਾਵਾਂ ਬਰਾਬਰ ਹੈ, ਇਹਦੀਆਂ ਦੇਖੋ ਦੋ ਸਾਈਡਸ ਆਪਸ ਇਕੁਅਲ ਆ ਰਹੀਆਂ ਨੇ, ਥਰਡ ਸਾਈਡ ਛੋਟੀ ਆ ਰਹੀ ਹੈ ਨਾ ਨਜ਼ਰ, ਤਾਂ ਇਹਨੂੰ ਆਪਾਂ ਆਈਸੋਸਲੈਸ ਟਰਾਇੰਗਲ ਕਹਿੰਦੇ ਆ। ਇਹਦੇ ਸਪੈਲਿੰਗ ਯਾਦ ਰੱਖੋ, ਇਸ ਔਸ CELES, ਆਈਸੋਸਲੈਸ ਟਰਾਇੰਗਲ। ਇਸ ਔਸ ਸੈਲ ਐਸ, ਇੱਦਾਂ ਕਰਕੇ ਸਪੈਲਿੰਗ ਲਰਨ ਕਰੋ। ਸਮਦੋਭੁਜੀ ਤ੍ਰਿਭੁਜ, ਸਮਦੋਭੁਜੀ ਤ੍ਰਿਭੁਜ। ਤੇ ਤੀਜਾ ਟਰਾਇੰਗਲ ਹੁੰਦਾ ਵਿਖਮਭੁਜੀ, ਜਿਹਨੂੰ ਆਪਾਂ ਸਕੇਲਨ ਟਰਾਇੰਗਲ ਕਹਿ ਦਿੰਦੇ ਹੈਗੇ ਆ। ਠੀਕ ਹੈ, ਇਹਦੀਆਂ ਤਿੰਨੋਂ ਭੁਜਾਵਾਂ ਅਲੱਗ-ਅਲੱਗ ਲੈਂਥ ਦੀਆਂ ਹੁੰਦੀਆਂ, ਇਹਨੂੰ ਆਪਾਂ ਵਿਖਮਭੁਜੀ ਕਹਿ ਦਿੰਦੇ ਆ। ਵਿਖਮਭੁਜੀ ਤ੍ਰਿਭੁਜ, ਸਕੇਲਨ ਟਰਾਇੰਗਲ। ਬੇਟਾ ਇਹਦੀ ਖਾਸੀਅਤ ਕੀ ਹੈ? ਸਮਭੁਜੀ ਤ੍ਰਿਭੁਜ ਦੇ ਤਿੰਨੋਂ ਐਂਗਲਸ ਜਿਹੜੇ ਇਕੁਅਲ ਹੋਣਗੇ, 60 ਡਿਗਰੀ ਈਚ ਹੋਣਗੇ ਤਿੰਨੋਂ ਐਂਗਲਸ। ਇਹ ਵੀ ਇਹਦੀ ਖਾਸੀਅਤ ਹੈ। ਹੁਣ ਸਮਦੋਭੁਜੀ ਦੀ ਕੀ ਹੈ? ਜਿਹੜਾ ਵਰਟੀਕਲ ਐਂਗਲ ਹੈ ਨਾ, ਜਿਹੜੀ ਭੁਜਾ ਬਰਾਬਰ ਨਹੀਂ ਹੈ, ਮਤਲਬ ਉਹਦੇ ਸਾਹਮਣੇ ਵਾਲੀ, ਇਹ ਭੁਜਾ ਬਰਾਬਰ ਨਹੀਂ ਸੀ ਨਾ, ਉਹਦੇ ਸਾਹਮਣੇ ਵਾਲਾ ਜਿਹੜਾ ਕੋਣ ਹੈ ਉਹ ਅਲੱਗ ਹੋਏਗਾ। ਬਾਕੀ ਜਿਹੜੀਆਂ ਦੋ ਭੁਜਾਵਾਂ ਬਰਾਬਰ ਨੇ ਉਹਨਾਂ ਦੇ ਨਾਲ ਜਿਹੜੇ ਕੋਣ ਬਣ ਰਹੇ ਨੇ ਉਹ ਆਪਸ 'ਚ ਬਰਾਬਰ ਹੋਣਗੇ। ਉਹ ਕੀ ਹੋਣਗੇ? ਆਪਸ ਇਕੁਅਲ। ਜਿੰਨਾ ਇੱਕ ਹੋਏਗਾ ਦੂਜੇ ਵੀ ਉਨੇ ਦਾ ਹੀ ਹੋਏਗਾ। ਵਿਖਮਭੁਜੀ ਦੇ ਤਿੰਨੋਂ ਕੋਣ ਹੀ ਅਲੱਗ-ਅਲੱਗ ਹੁੰਦੇ ਹੈਗੇ ਆ। ਠੀਕ ਹੈ, ਤਿੰਨਾਂ ਦਾ ਨਾਪ ਅਲੱਗ-ਅਲੱਗ ਹੋਏਗਾ, ਕੋਈ XYZ ਮਤਲਬ ਐਨੀ ਐਂਗਲ। ਕਲੀਅਰ ਹੋ ਗਿਆ। ਹੁਣ ਸਾਡੇ ਕੋਲ ਆਈਸੋਲੈਸ ਟਰਾਇੰਗਲ ਦੇ ਵਿੱਚ ਕੀ ਪੁੱਛਿਆ ਉਹਨਾਂ ਨੇ? ਇਹ ਇੱਕ ਸਮਦੋਭੁਜੀ ਤ੍ਰਿਭੁਜ ਹੈ ਜਿਹਦੀਆਂ ਦੋ ਭੁਜਾਵਾਂ ਬਰਾਬਰ ਦਿੱਤੀਆਂ ਹੋਈਆਂ। ਉਸਦਾ ਸ਼ਿਖਰ ਕੋਣ, ਯਾਨੀ ਕਿ ਜਿਹੜੀ ਭੁਜਾ ਬਰਾਬਰ ਨਹੀਂ ਹੈ ਉਹਦੇ ਸਾਹਮਣੇ ਦਾ ਕੋਣ 80 ਡਿਗਰੀ ਹੈ। ਬਾਕੀ ਦੋ ਕੋਣ ਦੱਸਣੇ ਹੈ। ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਸਮ ਆਫ ਦਾ ਐਂਗਲਸ ਆਫ ਟਰਾਇੰਗਲ ਕਿੰਨਾ ਹੁੰਦਾ ਹੈ। ਸਮ ਆਫ ਐਂਗਲਸ ਆਫ ਟਰਾਇੰਗਲ ਕਿੰਨਾ ਹੁੰਦਾ ਹੈ? 180 ਡਿਗਰੀ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ, ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? 180 ਡਿਗਰੀ। ਹੁਣ ਜਿਹੜੇ ਦੋ ਕੋਣ ਆਪਾਂ ਲੱਭਨੇ ਆ, ਆਪਾਂ ਉਹਨਾਂ ਨੂੰ ਮੰਨ ਲੈਂਦੇ ਹਾਂ ਕਿੰਨੇ ਕਿੰਨੇ ਦੇ ਹੈਗੇ ਆ? X। ਜੇ ਇੱਕ X ਦੂਜਾ ਵੀ X ਹੋਏਗਾ। ਹੁਣ ਆਪਾਂ ਇੱਥੇ ਕਰ ਲਾਂਗੇ, ਫਾਰਮੂਲਾ ਲਗਾ ਦਾਂਗੇ। ਤਿੰਨਾਂ ਕੋਣ ਯਾਨੀ ਦੋ ਕੋਣ XX ਹੋ ਗਿਆ, ਤੀਜਾ ਕੋਣ 80 ਡਿਗਰੀ ਹੈ, ਤਿੰਨਾਂ ਦਾ ਜੋੜ 180 ਡਿਗਰੀ ਹੋ ਗਿਆ। ਤਾਂ 2x ਬਰਾਬਰ ਕਿੰਨਾ ਹੋ ਜਾਏਗਾ? 180। 80 ਉੱਥੇ ਜਾ ਕੇ ਮਾਈਨਸ ਹੋ ਜਾਏਗਾ, ਤਾਂ 2x ਬਰਾਬਰ ਕਿੰਨਾ ਆ ਗਿਆ? 100 ਡਿਗਰੀ। ਤਾਂ x ਇਕੱਲਾ ਕਿਹਦੇ ਬਰਾਬਰ ਹੋ ਜਾਏਗਾ? 100/2 ਯਾਨੀ ਕਿ 50। यानी एक कोण 50 डिग्री है, यानी दोनों बराबर के कोण ने, इसलिए दोनों किन्ने किन्ने डिग्री दे होंगे? 50 डिग्री 50 डिग्री। आधार दे दोनों कोण 50-50 डिग्री दे होंगे। द बोथ बेस एंगल्स आर 50 डिग्री ईच। राइट, यही फाइंड करना सी असी कि बेस एंगल्स किन्ने किन्ने दे। होप तुहानू ट्रायंगल्स या साइड्स वालियां नेम वगैरह वो भी क्लीयर हो जाएंगे। थोड़े जिहा मैं तुहानू इंट्रोडक्शन दी है कि एक चतुर्भुज या क्वाड्रिलेटरल दियां किन्नियां शेप्स होंदियां ने, तो वो भी थोड़ी जी क्लैरिटी तुहानू हो गई होगी। तो ओपन कर्व और क्लोज कर्व भी तुहानू पता लग गया होएगा। और फिर भी तुहानू होमवर्क दे विच कोई प्रॉब्लम आती, हाँ तुहाडा जिहड़ा क्वेश्चन दिता है वो चतुर्भुज का दिता है कि चतुर्भुज के कोण, चतुर्भुज के कोणां का जोड़ जिहड़ा हुंदा ना बेटा 360 डिग्री हुंदा है। क्वाड्रिलेटरल दे
4 ਐਂਗਲਸ ਦਾ ਟੋਟਲ 360 ਡਿਗਰੀ ਹੁੰਦਾ ਹੈ। ਉਹ ਕਿਉਂ ਹੁੰਦਾ, ਤੁਸੀਂ ਇਹ ਦੇਖੋ ਇੱਕ ਕੁਆਡਰੀਲੇਟਰ ਕੋਈ ਵੀ ਡਰਾ ਕਰਕੇ ਦੇਖੀਏ, ਉਹਦੇ 'ਚ 2 ਟਰਾਇੰਗਲਸ ਬਣਦੇ ਆ। ਜੇ ਇੱਕ ਟਰਾਇੰਗਲ ਦਾ ਟੋਟਲ 180 ਹੈ ਤੇ 2 ਟਰਾਇੰਗਲ ਬਣਨੇ ਨਾ, 180 + 180 ਕਿੰਨਾ ਹੋਏਗਾ 360 ਡਿਗਰੀ। ਇਸ ਲਈ ਇਹਦੇ ਚਾਰਾਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 360 ਡਿਗਰੀ। ਇਹ ਯਾਦ ਰੱਖਣਾ, ਸਮ ਆਫ ਕੁਆਡਰੀਲੇਟਰਲ 360 ਡਿਗਰੀ ਹੁੰਦਾ ਹੈ। ਠੀਕ ਹੈ, ਜਿਵੇਂ ਤ੍ਰਿਭੁਜ ਦੇ ਤਿੰਨਾਂ ਕੋਨਾਂ ਜੋੜ 180 ਹੈ, ਚਤੁਰਭੁਜ ਦੇ ਚਾਰਾਂ ਕੋਨਾਂ ਜੋੜ 360 ਡਿਗਰੀ ਹੁੰਦਾ ਹੈ। ਸੋ ਪਲੀਜ਼ ਹੁਣ ਤੁਸੀਂ ਆਪਣੀ ਵਰਕਸ਼ੀਟ और होमवर्क कंप्लीट कर लेना। कोई प्रॉब्लम आएगी मेरे फ़ोन नंबर पर तुसी WhatsApp कर सकते हो। मेरा फ़ोन नंबर है 8727011022। तो यूट्यूब लिंक भी पहुँच रहा है। और प्लीज़ सब्सक्राइब करो, लाइक करो और शेयर करो बेटा अगे तुसी। थैंक यू स्टूडेंट्स।